ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਡੀਆਬੈਟਿਕ ਪ੍ਰੋਸੈਸ ਦੀ। ਦੇਖੋ, ਐਡੀਆਬੈਟਿਕ ਪ੍ਰੋਸੈਸ ਨੂੰ ਅਸੀਂ ਪਹਿਲਾਂ ਹੀ ਡਿਫਾਈਨ ਕਰ ਚੁੱਕੇ ਹਾਂ। ਅ ਪ੍ਰੋਸੈਸ ਵਿਚ ਅਕਰਸ ਐਟ ਕੌਨਸਟੈਂਟ ਹੀਟ। ਇਸ ਦੇ ਵਿੱਚ ਹੀਟ ਐਕਸਚੇਂਜ ਨਹੀਂ ਹੁੰਦੀ। ਪ੍ਰੋਸੈਸ ਵਿਚ ਅਕਰਸ ਐਟ ਕੌਨਸਟੈਂਟ ਹੀਟ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਦੇਰ ਇਜ਼ ਨੋ ਹੀਟ ਐਕਸਚੇਂਜ ਬਿਟਵੀਨ ਸਿਸਟਮ ਐਂਡ ਸਰਾਊਂਡਿੰਗਸ। ਠੀਕ ਹੈ। ਥਰਮੋਡਾਇਨਮਿਕਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਸਿਸਟਮ ਅਸਿਊਮ ਕਰਦੇ ਹੁੰਦੇ ਹਾਂ? ਤਾਂ ਅਸੀਂ ਇੱਕ ਸਿਸਟਮ ਅਸਿਊਮ ਕਰ ਰਹੇ ਹਾਂ ਕਿ ਇਟ ਇਜ਼ ਅ ਸਿਲੰਡਰ। ਤੇ ਸਿਲੰਡਰ ਦੇ ਵਿੱਚ 1 ਮੋਲ ਆਫ ਆਈਡੀਅਲ ਗੈਸ ਹੈ। ਫਿਟਡ ਵਿਦ ਪਿਸਟਨ, ਕਿ ਅਸੀਂ ਇਸ ਨੂੰ ਕੰਪਰੈਸ ਕਰ ਸਕਦੇ ਹਾਂ ਜਾਂ ਐਕਸਪੈਂਡ ਕਰ ਸਕਦੇ ਹਾਂ। ਹੁਣ ਦੇਖੋ, ਇਸ ਸਿਸਟਮ ਦੇ ਵਿੱਚ ਹੀਟ ਐਕਸਚੇਂਜ ਨਹੀਂ ਹੋਏਗੀ, ਹੀਟ ਬਾਹਰ ਨਹੀਂ ਜਾਏਗੀ। ਠੀਕ ਹੈ, ਹੀਟ ਅੰਦਰ ਨਹੀਂ ਆਏਗੀ। ਠੀਕ ਹੈ, ਨੋ ਐਕਸਚੇਂਜ ਆਫ ਹੀਟ। ਇਹਦੇ ਲਈ ਕੀ ਹੋਣਾ ਚਾਹੀਦਾ ਹੈ? ਇਸ ਦੀਆਂ ਜੋ ਵਾਲਸ ਹੈ, ਜੋ ਇਹ ਵਾਲੀਆਂ ਵਾਲਸ ਹੈ ਇਸ ਦੀਆਂ, ਉਹ ਇਨਸੂਲੇਟਿੰਗ ਹੋਣੀਆਂ ਚਾਹੀਦੀਆਂ, ਜਾਂ ਜਿਸ ਨੂੰ ਐਡੀਆਬੈਟਿਕ ਵਾਲਸ ਕਹਿੰਦੇ ਆ। ਤਾਂ ਜੋ ਸਿਲੰਡਰ ਦੀਆਂ ਵਾਲਸ ਹੈ that must be insulating। ਠੀਕ, ਇਨਸੂਲੇਟਿੰਗ ਵਾਲਸ ਹੋਣੀਆਂ ਚਾਹੀਦੀਆਂ ਤਾਂ ਕਿ ਹੀਟ ਐਕਸਚੇਂਜ ਨਾ ਹੋਵੇ। ਹੁਣ ਇਹਦੇ ਵਿੱਚ ਹੀਟ ਨਹੀਂ ਐਕਸਚੇਂਜ ਹੋਏਗੀ। ਜਦੋਂ ਕੰਪਰੈਸ ਕਰਾਂਗੇ ਤਾਂ ਪ੍ਰੈਸ਼ਰ, ਵੋਲਿਊਮ, ਟੈਂਪਰੇਚਰ ਸਭ ਕੁਝ ਚੇਂਜ ਕਰ ਸਕਦਾ ਹੈ। ਠੀਕ ਹੈ। ਇਸ ਦੀਆਂ ਕੁਝ ਕੰਡੀਸ਼ਨਸ ਹੈ, ਕੰਡੀਸ਼ਨਸ ਆਫ ਐਡੀਆਬੈਟਿਕ ਪ੍ਰੋਸੈਸ। ਹੁਣ ਕੰਡੀਸ਼ਨਸ ਕੀ ਹੈ? ਫਸਟ ਤਾਂ ਤੁਹਾਡੇ ਸਾਹਮਣੇ ਬਿਲਕੁਲ ਕਲੀਅਰ ਹੈ ਕਿ ਜਿਹੜੀਆਂ ਵਾਲਸ ਹੈ ਉਹ ਐਡੀਆਬੈਟਿਕ ਹੋਣੀਆਂ ਚਾਹੀਦੀਆਂ। ਵਾਲਸ ਆਫ ਸਿਸਟਮ, ਵਾਲਸ ਆਫ ਕੰਟੇਨਰ ਕਹ ਲਓ ਜਾਂ ਵਾਲਸ ਆਫ ਸਿਸਟਮ ਕਹ ਲਓ, should be perfectly insulating so that there is no heat exchange। ਤਾਂ ਕਿ ਕੋਈ ਹੀਟ ਐਕਸਚੇਂਜ ਨਾ ਹੋਵੇ। ਨੰਬਰ 2 ਹੈ ਕਿ ਜੋ ਅਸੀਂ ਕੰਪਰੈਸ ਕਰ ਰਹੇ ਹਾਂ ਇਸ ਨੂੰ, ਪਿਸਟਨ ਨੂੰ, ਸਿਸਟਮ ਨੂੰ, ਗੈਸ ਨੂੰ ਕੰਪਰੈਸ ਕਰ ਰਹੇ ਹਾਂ ਜਾਂ ਐਕਸਪੈਂਡ ਕਰ ਰਹੇ ਹਾਂ, ਜੋ ਐਕਸਪੈਂਸ਼ਨ ਹੈ ਉਹ ਸਡਨ ਹੋਣੀ ਚਾਹੀਦੀ ਹੈ। ਠੀਕ ਹੈ, ਦ ਚੇਂਜ ਸ਼ੁੱਡ ਬੀ ਸਡਨ। ਕਿਉਂ ਹੋਣੀ ਚਾਹੀਦੀ ਹੈ? ਕੀ ਕਾਰਨ ਹੈ ਇਸ ਦਾ? so that there is no time for heat exchange। ਤਾਂ ਜਿਹੜੇ ਐਡੀਆਬੈਟਿਕ ਪ੍ਰੋਸੈਸ ਹੋਣਗੇ ਉਹ ਸਡਨ ਹੋਣਗੇ, ਕੁਇਕ ਹੋਣਗੇ। ਠੀਕ ਹੈ, ਤਾਂ ਕਿ ਜੇ ਸਿਸਟਮ ਦੇ ਵਿੱਚ ਕੋਈ ਚੇਂਜ ਆ ਰਹੀ ਹੈ ਤਾਂ ਹੀਟ ਐਕਸਚੇਂਜ ਦਾ ਟਾਈਮ ਹੀ ਨਾ ਹੋਵੇ। ਤੇ ਕੰਡੀਸ਼ਨਸ ਹੈ ਜੀ ਐਡੀਆਬੈਟਿਕ ਪ੍ਰੋਸੈਸ ਦੀਆਂ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ, ਕਿ ਅਸੀਂ ਮੈਥਮੈਟਿਕਲ ਇਕੁਏਸ਼ਨ ਨਾਲ ਇਸ ਨੂੰ ਰਿਪਰੈਜ਼ੈਂਟ ਕਰਨਾ ਹੈ। ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ। ਦੇਖੋ, ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਤਿੰਨੋਂ ਵੇਰੀਏਬਲ ਹੀ ਚੇਂਜ ਕਰਦੇ ਆ, ਪ੍ਰੈਸ਼ਰ, ਵੋਲਿਊਮ ਤੇ ਟੈਂਪਰੇਚਰ। ਤਾਂ ਜੇ ਇਸ ਦੇ ਵਿੱਚ ਕੋਈ ਚੇਂਜ ਆਉਂਦੀ ਹੈ ਤਾਂ ਉਸ ਚੇਂਜ ਨੂੰ ਅਸੀਂ ਗੈਸ ਇਕੁਏਸ਼ਨ ਨਾਲ ਰਿਪਰੈਜ਼ੈਂਟ ਕਰਦੇ ਹੁੰਦੇ ਆ, PV = nRT। ਠੀਕ ਹੈ, ਫॉर 1 ਮੋਲ ਜੇ ਅਸੀਂ 1 ਮੋਲ ਦੀ ਗੱਲ ਕਰ ਰਹੇ ਹਾਂ, ਫॉर 1 ਮੋਲ PV = RT, ਕਿਉਂਕਿ ਨੰਬਰ ਆਫ ਮੋਲਸ ਜਿਹੜੇ ਆ ਉਹ 1 ਹੋ ਜਾਣਗੇ। ਠੀਕ ਹੈ, ਤਾਂ ਇਸ ਇਕੁਏਸ਼ਨ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਐਡੀਆਬੈਟਿਕ ਪ੍ਰੋਸੈਸ ਲਈ। 1 ਮੋਲ ਲਈ ਜੇ ਨੰਬਰ ਆਫ ਮੋਲਸ ਮੋਰ ਦੈਨ 1 ਹੈ ਤਾਂ ਫਿਰ ਅਸੀਂ PV = nRT ਯੂਜ਼ ਕਰਾਂਗੇ। ਦੇਖੋ, ਇੱਕ ਹੋਰ ਇਕੁਏਸ਼ਨ ਹੈ ਜੋ ਐਡੀਆਬੈਟਿਕ ਪ੍ਰੋਸੈਸ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ PV ਦੀ ਪਾਵਰ ਗਾਮਾ = ਕੌਨਸਟੈਂਟ। ਇਹਦੇ ਵਿੱਚ ਅਸੀਂ ਸਿਰਫ ਦੋ ਵੇਰੀਏਬਲਸ ਦੇ ਵਿੱਚ ਗੱਲ ਕਰਦੇ ਹਾਂ, ਥਰਡ ਵੇਰੀਏਬਲ ਨੂੰ ਐਲੀਮੀਨੇਟ ਕਰ ਦਿੰਦੇ ਹਾਂ, ਟੈਂਪਰੇਚਰ ਨੂੰ ਐਲੀਮੀਨੇਟ ਕਰ ਦਿੰਦੇ ਹਾਂ, ਜਾਂ ਅਸੀਂ V ਤੇ T ਦੇ ਵਿੱਚ ਗੱਲ ਕਰ ਸਕਦੇ ਹਾਂ, P ਤੇ T ਦੇ ਵਿੱਚ ਗੱਲ ਕਰ ਸਕਦੇ ਹਾਂ,
ठीक है। जे सिर्फ दो वेरीएबल्स ही गिवन होण किसी न्यूमेरिकल दे विच ਤਾਂ ਵੇਅਰ ਗਾਮਾ ਇਜ਼ ਅ ਕਨਸਟੈਂਟ। ਗਾਮਾ ਹੁੰਦਾ ਹੈ ਜੀ ਰੇਸ਼ੋ ਆਫ ਟੂ ਸਪੈਸੀਫਿਕ ਹੀਟਸ ਆਫ ਗੈਸ Cp ਓਵਰ Cv, ਕਿ ਸਪੈਸੀਫਿਕ ਹੀਟ ਐਟ ਕਨਸਟੈਂਟ ਪ੍ਰੈਸ਼ਰ ਡਿਵਾਈਡਡ ਬਾਈ ਸਪੈਸੀਫਿਕ ਹੀਟ ਐਟ ਕਨਸਟੈਂਟ ਵੋਲਿਊਮ। ਤੇ ਗਾਮਾ ਦੀ ਵੈਲਿਊ ਹਮੇਸ਼ਾ ਗ੍ਰੇਟਰ ਦੈਨ 1 ਹੁੰਦੀ ਹੈ ਬਿਕੋਜ਼ Cp ਇਜ਼ ਗ੍ਰੇਟਰ ਦੈਨ Cv। ਹੁਣ ਇਹ ਕਿਸ ਤਰ੍ਹਾਂ, ਇਸ ਨੂੰ ਅਸੀਂ ਬਾਅਦ ਵਿੱਚ ਐਕਸਪਲੇਨ ਕਰਾਂਗੇ ਜੀ ਵਟ ਇਜ਼ ਗਾਮਾ, ਫਰੋਮ ਵੇਅਰ ਇਟ ਕਮਸ, ਜਾਂ ਸੀਪੀ ਜਾਂ ਸੀਵੀ ਵਾਲੇ ਸੀਪੀ ਤੇ ਸੀਵੀ ਦੇ ਵਿੱਚ ਜੋ ਰਿਲੇਸ਼ਨ ਹੈ ਉਸ ਟੌਪਿਕ ਦੇ ਵਿੱਚ ਅਸੀਂ ਗਾਮਾ ਦੀ ਗੱਲ ਕਰਦੇ ਹਾਂ। ਠੀਕ ਹੈ, ਫਿਲਹਾਲ ਇਸ ਟੌਪਿਕ ਦੇ ਵਿੱਚ ਅਸੀਂ ਵਰਕ ਡਨ ਦੀ ਗੱਲ ਕਰਾਂਗੇ, ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ। ਤੇ ਉਸ ਦੇ ਲਈ ਇਹ ਇਕੁਏਸ਼ਨ ਅਸੀਂ ਲੈ ਕੇ ਚੱਲਾਂਗੇ ਕਿ ਪੀ ਵੀ ਪਾਵਰ ਗਾਮਾ ਇਜ਼ ਇਕੁਅਲ ਟੂ ਕੌਨਸਟੈਂਟ। ਠੀਕ ਹੈ, ਇਸ ਦੀ ਡੈਰੀਵੇਸ਼ਨ ਜੋ ਹੈ ਉਹ ਬਾਅਦ ਵਿੱਚ ਕਰਾਂਗੇ। ਤਾਂ ਇਸ ਤੋਂ ਬਾਅਦ ਵਿੱਚ ਅਸੀਂ ਟੌਪਿਕ ਡਿਸਕਸ ਕਰਦੇ ਹਾਂ ਕਿ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ। ਦੇਖੋ ਇਸ ਦੇ ਲਈ ਅਸੀਂ ਇੱਕ ਸਿਲੰਡਰ ਅਸਿਊਮ ਕਰ ਰਹੇ ਹਾਂ ਜਿਸ ਦੀ ਜੋ ਇਨੀਸ਼ੀਅਲ ਸਟੇਟ ਹੈ ਉਹ A ਹੈ। ਇਨੀਸ਼ੀਅਲ ਸਟੇਟ ਤੇ ਜੋ ਉਸਦਾ ਪ੍ਰੈਸ਼ਰ ਹੈ P1, ਜੋ ਵੋਲਿਊਮ ਹੈ V1 ਤੇ ਜੋ ਟੈਂਪਰੇਚਰ ਹੈ ਉਹ T1, ਇਨੀਸ਼ੀਅਲ ਸਟੇਟ ਹੈ। ਇੱਥੋਂ ਇਹ ਐਕਸਪੈਂਡ ਕਰ ਰਿਹਾ ਹੈ। ਠੀਕ ਹੈ, ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਕਹਿ ਸਕਦੇ ਹਾਂ ਜਾਂ ਅਸੀਂ ਐਡੀਆਬੈਟਿਕ ਐਕਸਪੈਂਸ਼ਨ ਕਹਿ ਸਕਦੇ ਹਾਂ, ਕਿ ਅਸੀਂ ਐਕਸਪੈਂਸ਼ਨ ਦਾ ਕੇਸ ਅਸਿਊਮ ਕਰ ਰਹੇ ਹਾਂ ਕਿ ਸਿਸਟਮ ਜੋ ਹੈ ਐਕਸਪੈਂਡ ਕਰ ਰਿਹਾ ਹੈ, ਗੈਸ ਜੋ ਹੈ ਐਕਸਪੈਂਡ ਕਰ ਰਹੀ ਹੈ। ਤਾਂ A ਸਟੇਟ ਤੋਂ ਪਿਸਟਨ ਜੋ ਹੈ B ਸਟੇਟ ਤੇ ਮੂਵ ਕਰ ਜਾਂਦਾ ਹੈ। ਤਾਂ ਇਸ ਦੇ ਵਿੱਚ ਇਸ ਦਾ ਪ੍ਰੈਸ਼ਰ ਜੋ ਹੈ P2 ਹੈ, ਵੋਲਿਊਮ V2 ਹੈ ਤੇ ਟੈਂਪਰੇਚਰ T2 ਹੈ। ਠੀਕ ਹੈ, ਤੇ ਜਦੋਂ A ਤੋਂ ਲੈ ਕੇ B ਤੱਕ ਜਾਏਗਾ ਤਾਂ ਕੀ ਹੋਏਗਾ ਜੀ, ਇਹਦੇ ਵਿੱਚ ਪ੍ਰੈਸ਼ਰ ਡਿਕਰੀਜ਼ ਕਰੇਗਾ। ਤਾਂ ਪ੍ਰੈਸ਼ਰ ਡਿਕਰੀਜ਼ ਕਰੇਗਾ ਤਾਂ ਫੋਰਸ ਔਨ ਪਿਸਟਨ ਡਿਕਰੀਜ਼ ਕਰੇਗਾ, ਤਾਂ ਵਰਕ ਡਨ ਬਾय ਵੇਰੀਏਬਲ ਫੋਰਸ ਹੋਏਗਾ। ਤਾਂ ਇਸ ਦੇ ਲਈ ਅਸੀਂ ਕੀ ਕਰਦੇ ਹਾਂ ਕਿ ਇਨ ਬਿਟਵੀਨ ਕੋਈ ਦੋ ਬਹੁਤ ਕਲੋਜ਼ ਪੁਆਇੰਟਸ ਅਸਿਊਮ ਕਰਦੇ ਹਾਂ। ਠੀਕ ਹੈ, ਜਿਸ ਤਰ੍ਹਾਂ ਅਸੀਂ L ਤੇ M ਲੈ ਲੈਂਦੇ ਹਾਂ, ਜਿੰਦੇ ਵਿੱਚ ਜੋ ਸਮਾਲ ਡਿਸਪਲੇਸਮੈਂਟ ਹੈ ਦੈਟ ਇਜ਼ dx। ਇਹ ਅਸੀਂ ਪਹਿਲਾਂ ਵੀ ਕੀਤਾ ਸੀ ਕਿ ਜੋ ਸਮਾਲ ਅਮਾਊਂਟ ਦਾ ਵਰਕ ਡਨ ਹੈ dw ਇਜ਼ ਇਕੁਅਲ ਟੂ ਕਿਸ ਦੇ ਇਕੁਅਲ ਹੋਏਗਾ, ਸਮਾਲ ਅਮਾਊਂਟ ਆਫ ਵਰਕ ਡਨ dw ਇਜ਼ ਇਕੁਅਲ ਟੂ ਫੋਰਸ ਇਨਟੂ dx। ਠੀਕ ਹੈ, ਤੇ ਫੋਰਸ ਕਿਸ ਦੇ ਇਕੁਅਲ ਹੁੰਦਾ ਹੈ, ਜੇ ਅਸੀਂ ਇਸ ਪਾਥ ਲਈ L ਤੋਂ ਲੈ ਕੇ M ਲਈ ਪ੍ਰੈਸ਼ਰ ਕਨਸਟੈਂਟ ਅਸਿਊਮ ਕਰ ਲਈਏ ਕਿ ਫੋਰਸ ਵੇਰੀ ਨਹੀਂ ਕਰ ਰਿਹਾ, तो हो जाएगा P इंटू एरिया इंटू डी एक्स। फोर्स इज इक्वल टू प्रेशर इंटू एरिया, एरिया इंटू डी एक्स हो जाएगा इस पोर्शन का वॉल्यूम जो मैं ड्रॉ कर रहा। ठीक है, जो L तो M का पोर्शन है सिलेंडर का स्मॉल वॉल्यूम P इंटू डी वी हो जाएगा। तो स्मॉल अमाउंट ऑफ वर्क डन होता है P इंटू डी वी। तो वर्क डन इन स्मॉल एक्सपेंशन फ्रॉम L टू M, तो वो हो जाएगा जी डी डब्ल्यू इज इक्वल टू पी डी वी। ठीक है, जे ਅਸੀਂ ਟੋਟਲ ਵਰਕ ਡਨ ਕਰਨਾ ਫਾइंड फ्रॉम A टू B, ਇਸ ਨੂੰ ਅਸੀਂ ਇੰਟੀਗ੍ਰੇਟ ਕਰ ਦਿਆਂਗੇ ਬੋਥ ਸਾਈਡਸ। ਤਾਂ ਇੰਟੀਗ੍ਰੇਟ ਬੋਥ ਸਾਈਡਸ ਟੂ ਕੈਲਕੂਲੇਟ ਟੋਟਲ ਵਰਕ ਡਨ। ਇੰਟੀਗ੍ਰੇਟ ਬੋਥ ਸਾਈਡਸ, ਇੰਟੀਗ੍ਰੇਟ ਕਰਕੇ ਬਣ ਜਾਏਗਾ ਜੀ ਵਰਕ ਡਨ ਇਜ਼ ਇਕੁਅਲ ਟੂ ਪੀ ਡੀ ਵੀ ਫਰੋਮ ਇੰਟੀਗ੍ਰੇਸ਼ਨ ਫਰੋਮ V1 ਟੂ V2। ਠੀਕ ਹੈ ਜੀ, ਹੁਣ ਇਹਦੇ ਵਿੱਚ ਪ੍ਰੈਸ਼ਰ ਵੀ ਵੇਰੀ ਕਰ ਰਿਹਾ ਤੇ ਵੋਲਿਊਮ ਵੀ ਵੇਰੀ ਕਰ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਰ੍ਹਾਂ ਦੇ ਵੇਰੀਏਬਲ ਦੇ ਵਿੱਚ ਇਕੁਏਸ਼ਨ ਨੂੰ ਲੈ ਆਈਏ। ਠੀਕ ਹੈ, ਤਾਂ P ਦੇ ਲਈ ਫਿਰ ਅਸੀਂ ਇਕੁਏਸ਼ਨ ਯੂਜ਼ ਕਰਾਂਗੇ P B ਰੇਜ਼ ਟੂ ਪਾਵਰ ਗਾਮਾ ਇਜ਼ ਇਕੁਅਲ ਟੂ ਕਨਸਟੈਂਟ। ਠੀਕ ਹੈ, ਕਿਵਿਟ ਨੰਬਰ 1। ਠੀਕ ਹੈ, ਹੁਣ ਜੋ ਸਾਨੂੰ ਪਤਾ ਹੈ ਜੀ ਕਿ ਅਸੀਂ ਇਕੁਏਸ਼ਨ ਯੂਜ਼ ਕੀਤੀ ਹੈ, ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ ਕੀ ਹੁੰਦੀ ਹੈ ਜੀ, ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ ਕੀ ਹੁੰਦੀ ਹੈ ਜੀ, P V raised to power gamma is equal to constant। इस constant ਨੂੰ let us say it is K, तो इसमें ਅਸੀਂ K ਕਹਿ ਦਿੰਦੇ ਹਾਂ constant। ठीक है, तो P किस दे इक्वल हो जाएगा, P हो जाएगा जी K divided by V raised to power gamma। तो इस इक्वेशन ਨੂੰ ਅਸੀਂ ਪੁੱਟ ਕਰ ਦਿੰਦੇ ਹਾਂ in equation number 1, put in 1। ਜਦੋਂ 1 ਦੇ ਵਿੱਚ ਪੁੱਟ ਕਰਾਂਗੇ ਤਾਂ ਕੀ ਬਣੇਗਾ, ਵਰਕ ਡਨ ਹੋ ਜਾਏਗਾ ਜੀ K over V raised to power gamma into dV, लिमिट्स है फ्रॉम V1 टू V2। K इज कांस्टेंट तो इंटीग्रेशन तो बाहर आ जाएगा। ठीक है, अंदर रह जाएगा जी V रेज टू पावर गामा डिनोमीनेटर ਦੇ ਵਿੱਚ, तो उसਨੂੰ ਅਸੀਂ न्यूमीनेटर ਦੇ ਵਿੱਚ ਲੈ ਆਵਾਂਗੇ माइनस गामा इंटू dV। ठीक है जी, समझ लगा स्टेप पे। इस स्टेप ਦੇ ਵਿੱਚ ਦੋ ਚੀਜ਼ਾਂ ਕੀਤੀਆਂ, ਇੱਕ ਤਾਂ ਅਸੀਂ ਕਾਂਸਟੈਂਟ ਬਾਹਰ ਕੱਢ ਲਿਆ ਜੀ, K इज टेकन आउटसाइड, ਤੇ ਜੋ V ਡਿਨੋਮੀਨੇਟਰ ਦੇ ਵਿੱਚ ਪਾਵਰ ਗਾਮਾ ਸੀ ਉੱਪਰ ਜਾ ਕੇ ਪਾਵਰ ਨੈਗੇਟਿਵ ਹੋ ਗਈ। ਠੀਕ ਹੈ, ਇਸ ਨੂੰ ਅਸੀਂ ਹੁਣ ਸੋਲਵ ਕਰਾਂਗੇ ਜੀ।
ਤਾਂ ਸੋਲਵ ਕਰਨ ਦੇ ਲਈ ਦੇਖੋ ਕੀ ਕਰਦੇ ਹਾਂ ਅਸੀਂ, ਇੰਟੀਗ੍ਰੇਸ਼ਨ ਦਾ ਬੇਸਿਕ ਫਾਰਮੂਲਾ ਯੂਜ਼ ਕਰਦੇ ਹਾਂ। ਕੀ ਫਾਰਮੂਲਾ ਹੁੰਦਾ ਇੰਟੀਗ੍ਰੇਸ਼ਨ ਦਾ ਕਿ x ਰੇਜ਼ ਟੂ ਪਾਵਰ n ਹੈ dx, ਤਾਂ ਕਿਸ ਦੇ ਇਕੁਅਲ ਹੁੰਦਾ ਹੈ x ਰੇਜ਼ ਟੂ ਪਾਵਰ n+1 ਓਵਰ n+1। ਠੀਕ ਹੈ, ਤੇ ਜਦੋਂ ਇਸ ਨੂੰ ਸੋਲਵ ਕਰਾਂਗੇ ਇੰਟੀਗ੍ਰੇਸ਼ਨ ਨੂੰ, ਤਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ, ਇਸ ਦੇ ਨਾਲ ਅਸੀਂ ADI ਪਾ ਦਿੰਦੇ ਹਾਂ। ਐਡੀਆਬੈਟਿਕ ਪ੍ਰੋਸੈਸ ਦਾ ਵਰਕ ਡਨ ਹੈ ਕਿ v ਦੀ ਇੰਟੀਗ੍ਰੇਸ਼ਨ ਕਰਾਂਗੇ ਤਾਂ v ਦੀ ਪਾਵਰ -γ+1 ਡਿਵਾਈਡਡ ਬਾਈ -γ+1, ਤੇ ਲਿਮਿਟਸ ਲੱਗ ਜਾਣਗੀਆਂ ਜੀ ਫਰੋਮ v1 ਟੂ v2। ਠੀਕ ਹੈ ਜੀ, -γ+1, ਇਸ ਨੂੰ ਅਸੀਂ 1 - γ ਕਰਦੇ ਹਾਂ ਕਿਉਂਕਿ γ ਇੱਕ ਕਾਂਸਟੈਂਟ ਹੈ ਤੇ ਬਾਹਰ ਆ ਜਾਏਗਾ। ਤਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਹੋ ਜਾਏਗਾ k ਡਿਵਾਈਡਡ ਬਾਈ 1 - γ, ਅੰਦਰ ਰਹਿ ਜਾਏਗਾ ਜੀ v ਰੇਜ਼ ਟੂ ਪਾਵਰ 1 - γ ਫਰੋਮ ਲਿਮਿਟਸ ਫਰੋਮ v1 ਟੂ v2। ਠੀਕ ਹੈ, ਲਿਮਿਟਸ ਭਰ ਦਿਓ ਜੀ। ਤਾਂ k ਡਿਵਾਈਡਡ ਬਾਈ 1 - γ, ਮੈਂ ਸਟੈਪ ਬਾਈ ਸਟੈਪ ਕਰ ਰਿਹਾ ਤਾਂ ਕਿ ਤੁਹਾਨੂੰ ਸਮਝ ਲੱਗੇ। ਤਾਂ v ਦੀ ਜਗ੍ਹਾ ਤੇ ਪਹਿਲਾਂ ਅਪਰ ਲਿਮਿਟ ਭਰ ਦਿਆਂਗੇ v2 ਪਾਵਰ 1 - γ ਮਾਈਨਸ v1 ਪਾਵਰ 1 - γ। ਠੀਕ ਹੈ, ਤੇ ਸਾਨੂੰ ਇਹ ਲੱਗ ਰਿਹਾ ਕਿ ਇਹੀ ਰਿਜ਼ਲਟ ਆਈ ਸਾਡਾ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਵਰਕ ਡਨ ਦਾ, ਬਟ ਇਹਦੇ ਵਿੱਚ ਨਾ k ਆ ਰਿਹਾ ਵਿਚ ਇਜ਼ ਅਨਨੋਨ, ਸਾਨੂੰ ਨਹੀਂ ਪਤਾ k ਕੀ ਹੈ। ਤਾਂ ਅਸੀਂ ਨਿਊਮੈਰੀਕਲਸ ਕਰਨੇ ਆ, ਸਾਡੇ ਕੋਲੇ v1 ਦੀ ਵੈਲਿਊ ਹੋ ਸਕਦੀ ਹੈ, v2 ਦੀ ਹੋ ਸਕਦੀ ਹੈ, ਗਾਮਾ ਸਾਨੂੰ ਪਤਾ ਹੋ ਸਕਦਾ ਹੈ, ਬਟ k ਅਨਨੋਨ ਹੈ। ਤਾਂ ਅਸੀਂ k ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅਸੀਂ ਕੁਝ ਮੈਥਮੈਟੀਕਲ ਕੈਲਕੂਲੇਸ਼ਨਸ ਕਰਕੇ k ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਇਜ਼ ਇਕੁਅਲ ਟੂ k ਨੂੰ ਅੰਦਰ ਮਲਟੀਪਲਾਈ ਕਰ ਦਿੰਦੇ ਹਾਂ 1 - γ, ਤੇ ਬਣ ਜਾਂਦਾ k ਇੰਟੂ v2 ਦੀ ਪਾਵਰ 1 - γ ਮਾਈਨਸ k ਇੰਟੂ v1 ਦੀ ਪਾਵਰ 1 - γ। ਹੁਣ ਦੇਖੋ ਅਸੀਂ k ਨੂੰ ਅੰਦਰ ਕਿਉਂ ਮਲਟੀਪਲਾਈ ਕਰ ਰਹੇ ਹਾਂ, ਇਹਦਾ ਵੀ ਰੀਜ਼ਨ ਹੈ ਕਿ ਜਿਹੜੀ ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ ਅਸੀਂ ਦੱਸੀ ਸੀ, ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ ਕੀ ਸੀਗੀ ਜੀ ਇਹ ਇਕੁਏਸ਼ਨ, ਲਾਸਟ ਟੌਪਿਕ ਦੇ ਵਿੱਚ ਅਸੀਂ ਕੀਤੀ ਸੀਗੀ, ਤੁਹਾਨੂੰ ਯਾਦ ਹੋਵੇ p ਇੰਟੂ v ਰੇਜ਼ ਟੂ ਪਾਵਰ γ ਇਜ਼ ਇਕੁਅਲ ਟੂ ਕੌਨਸਟੈਂਟ। ਠੀਕ ਹੈ ਜੀ, ਜਾਂ ਅਸੀਂ ਐ ਲਿਖ ਸਕਦੇ ਹਾਂ ਕਿ ਜਿਹੜੀ ਚੀਜ਼ ਕੌਨਸਟੈਂਟ ਹੈ ਤਾਂ ਜਦੋਂ ਚੇਂਜ ਕਰ ਰਹੀ ਹੈ p1 v1 ਦੀ ਪਾਵਰ γ a ਸਟੇਟ ਤੇ ਇਜ਼ ਇਕੁਅਲ ਟੂ p2 v2 ਦੀ ਪਾਵਰ γ ਇਜ਼ ਇਕੁਅਲ ਟੂ ਐਟ b ਸਟੇਟ, ਕਿ ਜਿੱਥੋਂ ਅਸੀਂ ਇਨੀਸ਼ੀਅਲ ਸਟੇਟ ਤੋਂ ਸਟਾਰਟ ਕਰ ਰਹੇ ਹਾਂ ਤਾਂ ਫਾਈਨਲ ਸਟੇਟ ਤੱਕ ਇਹ ਵੈਲਿਊਜ਼ ਜਿਹੜੀਆਂ ਹੈ ਇਹ ਕਿਸ ਦੇ ਇਕੁਅਲ ਹੋਣਗੀਆਂ, ਇਜ਼ ਇਕੁਅਲ ਟੂ k। ਹੁਣ ਅਸੀਂ ਕੀ ਕਰਦੇ ਹਾਂ ਜੀ, ਦੇਖੋ ਜਿਹੜਾ ਆ k ਹੈ ਜਿਹਦੇ ਨਾਲ v2 ਨਾਲ ਮਲਟੀਪਲਾਈਡ ਹੈ, ਤੇ ਇਹਦੇ ਵਿੱਚ ਆ p2 v2 ਵਾਲੀ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ, ਤੇ ਜਿਹੜਾ ਇਹ k v1 ਨਾਲ ਮਲਟੀਪਲਾਈਡ ਹੈ ਇਹਦੇ ਵਿੱਚ p1 v1 ਵਾਲੀ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ। ਠੀਕ ਹੈ, ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੈਟ ਅਸ ਸੀ ਕੀ ਬਣਦਾ ਹੈ। ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਇਜ਼ ਇਕੁਅਲ ਟੂ 1/1 - γ, k ਦੀ ਵੈਲਿਊ ਸਬਸਟੀਟਿਊਟ ਕਰਦੇ ਹਾਂ ਅਸੀਂ ਜੀ v2 ਨਾਲ, v2 p2 v2 ਦੀ ਪਾਵਰ γ ਇੰਟੂ v2 1 - γ। ਆ ਦੇਖੋ ਇਸ k ਦੀ ਜਗ੍ਹਾ ਤੇ ਅਸੀਂ ਵੈਲਿਊ ਸਬਸਟੀਟਿਊਟ ਕਰ ਰਹੇ ਹਾਂ। ਠੀਕ ਹੈ, ਕਿਹੜੀ ਵੈਲਿਊ ਸਬਸਟੀਟਿਊਟ ਕਰ ਰਹੇ ਹਾਂ ਜੀ, ਅਸੀਂ a ਵਾਲੀ ਵੈਲਿਊ ਸਬਸਟੀਟਿਊਟ ਕਰ ਰਹੇ ਹਾਂ ਜੀ ਇੱਥੇ, ਤੇ a ਵਾਲੀ ਵੈਲਿਊ ਇੱਥੇ ਸਬਸਟੀਟਿਊਟ ਕਰ ਰਹੇ ਹਾਂ। ਠੀਕ ਹੈ, ਦੇਖੋ ਮਾਈਨਸ k ਦੀ ਜਗ੍ਹਾ ਤੇ ਵੈਲਿਊ ਪੁੱਟ ਕਰ ਰਹੇ ਹਾਂ p1 v1 ਦੀ ਪਾਵਰ γ ਇੰਟੂ v1 ਦੀ ਪਾਵਰ 1 - γ। ਠੀਕ ਹੈ, ਇਹਨੂੰ ਸੋਲਵ ਕਰਦੇ ਹਾਂ ਜੀ, ਸਾਡਾ ਆਂਸਰ ਆ ਜਾਏਗਾ। ਵੈਰੀ ਸਿੰਪਲ। ਤੇ v2 ਦੀ ਪਾਵਰ 1 - γ ਹੈ, ਬੇਸ ਸੇਮ ਹੈ, ਪਾਵਰਸ ਐਡ ਹੋ ਜਾਣਗੀਆਂ, ਪਲੱਸ γ ਮਾਈਨਸ γ ਮਾਈਨਸ p1, ਇਸੇ ਤਰ੍ਹਾਂ v1 ਦੀ ਪਾਵਰ γ ਪਲੱਸ 1 ਮਾਈਨਸ γ, ਤਾਂ γ ਨਾਲ γ ਕੈਂਸਲ ਹੋ ਜਾਏਗਾ ਜੀ, ਪਲੱਸ γ ਤੇ ਮਾਈਨਸ γ, ਬਾਕੀ ਕੀ ਬਚੇਗਾ ਸਾਡੇ ਕੋਲ ਆਏਗਾ ਜੀ 1/1 ਮਾਈਨਸ γ p2 v2 ਮਾਈਨਸ p1 v1। ਠੀਕ ਹੈ, ਔਰ ਵੀ ਕੈਨ ਰਾਈਟ, ਜੇ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਸਿੰਪਲੀਫਾਈ ਕਰੀਏ ਤਾਂ ਇਹਨੂੰ ਅਸੀਂ ਲਿਖ ਦਿੰਦੇ ਹਾਂ ਜੀ p1 v1 ਮਾਈਨਸ p2 v2, ਇੱਕ ਨੈਗੇਟਿਵ ਸਾਈਨ ਕਾਮਨ ਲੈ ਲਿਆ। ਠੀਕ ਹੈ, ਡਿਵਾਈਡਡ ਬਾਏ ਗਾਮਾ -1 ਕਰ ਦਿੰਦੇ ਹਾਂ, ਇੱਕ ਨੈਗੇਟਿਵ ਸਾਈਨ ਇੱਥੋਂ ਕਾਮਨ ਲੈ ਲਿਆ ਤਾਂ ਇਹ ਨੈਗੇਟਿਵ ਨਾਲ ਕੈਂਸਲ ਹੋ ਜਾਏਗਾ ਜੀ। ਤਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਕੀ ਆਏਗਾ ਸਾਡੇ ਕੋਲੇ ਕਿ p1 v1 ਮਾਈਨਸ p2 v2 ਇਜ਼ ਇਕੁਅਲ ਡਿਵਾਈਡਡ ਬਾਏ ਗਾਮਾ -1। ਠੀਕ ਹੈ, ਜਾਂ ਥੋੜਾ ਜਿਹਾ ਇਸ ਨੂੰ ਹੋਰ ਮੋਡੀਫਾਈ ਕਰ ਸਕਦੇ ਹਾਂ। ਔਰ ਫਾਰ 1 ਮੋਲ ਆਫ ਗੈਸ ਕੀ ਹੁੰਦਾ ਹੈ ਜੀ,
ਸਾਨੂੰ ਪਤਾ ਹੈ ਕਿ 1 ਮੋਲ ਆਫ ਗੈਸ ਲਈ PV ਇਜ਼ ਇਕੁਅਲ ਟੂ RT ਹੁੰਦਾ ਹੈ। ਫਾਰ 1 ਮੋਲ ਆਫ ਗੈਸ, ਆਈਡੀਅਲ ਗੈਸ, PV ਇਜ਼ ਇਕੁਅਲ ਟੂ RT। ਤਾਂ ਇਸ ਨੂੰ P1 V1 ਇਜ਼ ਇਕੁਅਲ ਟੂ RT1 ਲਿਖ ਸਕਦੇ ਹਾਂ ਇਨੀਸ਼ੀਅਲ ਸਟੇਟ ਲਈ, ਐਂਡ P2 V2 ਇਜ਼ ਇਕੁਅਲ ਟੂ RT2 ਲਿਖ ਸਕਦੇ ਹਾਂ ਫਾਈਨਲ ਸਟੇਟ ਲਈ। ਤਾਂ ਇਹ ਦੋਨੋਂ ਵੈਲਿਊਜ਼ ਅਸੀਂ ਇੱਥੇ ਪੁੱਟ ਕਰ ਦਿੰਦੇ ਹਾਂ, ਠੀਕ ਹੈ ਜੀ। ਇਹਨੂੰ ਨੰਬਰ ਦੇ ਦਿੰਦੇ ਹਾਂ 2, ਤਾਂ ਇਹ ਦੋਨੋਂ ਵੈਲਿਊਜ਼ ਪੁੱਟ ਕਰ ਦਿੰਦੇ ਹਾਂ ਜੀ ਅਸੀਂ ਪੁੱਟ ਇਨਟੂ, ਠੀਕ ਹੈ। ਜਦੋਂ 2 ਦੇ ਵਿੱਚ ਪੁੱਟ ਕਰਾਂਗੇ ਤਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਕਿਸ ਦੇ ਇਕੁਅਲ ਹੋ ਜਾਏਗਾ, P1 V1 ਦੀ ਜਗ੍ਹਾ ਤੇ RT1, P2 V2 ਦੀ ਜਗ੍ਹਾ ਤੇ RT2 ਡਿਵਾਈਡਡ ਬਾय ਗਾਮਾ ਮਾਈਨਸ 1। ਤਾਂ ਵਰਕ ਡਨ ਕਿਸ ਦੇ ਇਕੁਅਲ ਹੋ ਜਾਏਗਾ ਇਨ ਐਡੀਆਬੈਟਿਕ ਪ੍ਰੋਸੈਸ ਇਜ਼ ਇਕੁਅਲ ਟੂ R ਕਾਮਨ ਆ ਜਾਏਗਾ ਜੀ, T1 ਮਾਈਨਸ T2 ਓਵਰ ਗਾਮਾ ਮਾਈਨਸ 1, ਠੀਕ ਹੈ। ਤਾਂ ਇਹ ਰਿਲੇਸ਼ਨ ਹੋ ਜਾਏਗਾ। ਤੇ ਜੇ ਤਾਂ ਟੈਂਪਰੇਚਰਸ ਗਿਵਨ ਹੋਣ ਜੀ, ਠੀਕ ਹੈ, ਗਾਮਾ ਦੀ ਵੈਲਿਊ ਗਿਵਨ ਹੋਵੇ ਤਾਂ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰਾਂਗੇ, ਵੈਰੀ ਇੰਪੋਰਟੈਂਟ, ਠੀਕ ਹੈ। ਇਕੁਏਸ਼ਨ ਨੰਬਰ 3, ਇਸ ਨੂੰ ਅਸੀਂ 3 ਦੇ ਦਿੰਦੇ ਹਾਂ ਜੀ, ਇਹ ਇਕੁਏਸ਼ਨ ਨੰਬਰ 3 ਹੈ। ਤੇ ਜੇ ਸਾਡੇ ਕੋਲ ਪ੍ਰੈਸ਼ਰ ਤੇ ਵੋਲਿਊਮ ਦੀਆਂ ਵੈਲਿਊਜ਼ ਗਿਵਨ ਹੋਣ ਫਿਰ ਅਸੀਂ ਇਕੁਏਸ਼ਨ ਨੰਬਰ 2 ਯੂਜ਼ ਕਰਾਂਗੇ। ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਇਹਨਾਂ ਰਿਲੇਸ਼ਨਸ ਨੂੰ ਅਸੀਂ ਬਾਅਦ ਵਿੱਚ ਯੂਜ਼ ਕਰਾਂਗੇ। ਇਹ ਹੈ ਜੀ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ। ਨੈਕਸਟ ਟੌਪਿਕ ਦੇ ਵਿੱਚ ਅਸੀਂ ਹੀਟ ਇੰਜਨ ਦੀ ਗੱਲ ਕਰਾਂਗੇ, ਜਿਸ ਦੇ ਵਿੱਚ ਕਾਰਨੋਟ ਹੀਟ ਇੰਜਨ ਨੂੰ ਡਿਸਕਸ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਉਹ ਸਮਝ ਲੱਗ ਗਿਆ ਹੋਵੇਗਾ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।